ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਵਿੱਚ ਅਸੀਂ ਜਦੋਂ ਪਾਠ ਕਰਦੇ ਹਾਂ, ਅਧਿਐਨ ਕਰਦੇ ਹਾਂ, ਗੁਰਬਾਣੀ ਨੂੰ ਅਸੀਂ ਸਰਵਣ ਕਰਦੇ ਹਾਂ, ਨਾਨਕ ਸ਼ਬਦ ਕੱਕੇ ਨੂੰ ਔਂਕੜ ਦੇ ਨਾਲ, ਕੱਕੇ ਨੂੰ ਸਿਹਾਰੀ ਦੇ ਨਾਲ, ਕੱਕੇ ਨੂੰ ਕੰਨੇ ਦੇ ਨਾਲ ਔਰ ਕੱਕੇ ਮੁਕਤੇ ਦੇ ਨਾਲ ਸਹਿਜ ਪਾਠ, ਅਖੰਡ ਪਾਠ, ਕੀਰਤਨ ਸਰਵਣ ਕਰਨ ਲੱਗਿਆ, ਕਥਾ ਸਰਵਣ ਕਰਨ ਲੱਗਿਆ, ਇਹ ਸਾਡੀ ਕੰਨੀ 'ਚ ਪੈਂਦਾ ਹੈ। ਔਰ ਬਹੁਤੀ ਵਾਰ ਸਾਨੂੰ ਸੁਣਨ ਲੱਗਿਆ ਤਾਂ ਨਹੀਂ ਪਤਾ ਲੱਗਦਾ ਕਿ ਔਂਕੜ ਲੱਗਿਆ ਕਿ ਸਿਹਾਰੀ ਲੱਗੀ ਕੱਕੇ ਨੂੰ, ਇਹ ਕੱਕਾ ਮੁਕਤ ਹੈ। ਕਿਉਂਕਿ ਅਸੀਂ ਜਿਹੜਾ ਗੁਰਬਾਣੀ ਉਚਾਰਨ ਦਾ ਸਾਡੇ ਪਾਸ ਇਸ ਸਮੇਂ ਜੋ ਪ੍ਰਚਲਿਤ ਵਿਧਾਨ ਹੈ, ਹੋ ਸਕਦਾ ਹੈ ਕਿ ਕਿਸੇ ਗੁਰਮੁਖ ਪਿਆਰੇ ਨੇ ਇਸ ਚੀਜ਼ ਨੂੰ ਸਾਂਭਿਆ ਵੀ ਹੋਏ, ਸੰਭਾਲਿਆ ਵੀ ਹੋਏ ਤੇ ਕੁਝ ਕਰ ਰਹੇ ਹੋਣ, ਪਰ ਜੋ ਪ੍ਰਚਲਿਤ ਵਿਧਾਨ ਹੈ ਉਸ ਵਿੱਚ ਸਰਵਣ ਕਰਨ ਵਾਲੇ ਨੂੰ ਇਸ ਦਾ ਬੋਧ ਨਹੀਂ ਹੋ ਪਾ ਰਿਹਾ, ਇਸ ਦੇ ਬਾਰੇ ਸੋਚਿਆ ਹੀ ਨਹੀਂ ਗਿਆ। ਬਹੁਤੀ ਗੁਰਬਾਣੀ ਉਚਾਰਨ ਜਿਹੜੀ ਹੈ ਉਹ ਇਹਨੂੰ ਸੋਚ ਕੇ ਕਿਉਂ ਰੱਖ ਲਿਆ ਗਿਆ ਕਿ ਉਹ ਗੁਰਬਾਣੀ ਪੜ੍ਹ ਵੀ ਰਿਹਾ ਹੋਏਗਾ ਤੇ ਇਸ ਸਿਹਾਰੀ ਤੇ ਔਂਕੜ ਦਾ ਤੇ ਮੁਕਤੇ ਦਾ, ਇਸ ਦਾ ਬੋਧ ਕਰਵਾਉਣ ਲਈ ਇਸ ਦਾ ਚਿੰਤਨ ਹਾਲੇ ਨਹੀਂ ਹੋ ਸਕਿਆ ਹੈ। ਇਸ ਪ੍ਰਥਾਏ ਜੋ ਅਸੀਂ ਸੰਗਤੀ ਪੱਧਰ ਤੇ ਇਸ ਨੂੰ ਰਿੜਕ ਰਹੇ ਹਾਂ ਕਿ ਗੁਰਬਾਣੀ ਵਿਆਕਰਣ ਆਧਾਰਿਤ ਗੁਰਬਾਣੀ ਉਚਾਰਨ ਹੋਏ। ਆਓ ਅੱਜ ਦੀ ਜੋ ਵਿਚਾਰ ਹੈ ਉਹ ਹੋਰ ਵੀ ਬੁਨਿਆਦੀ ਤੱਤ ਔਰ ਗੰਭੀਰ ਔਰ ਬੜੀ ਮਹੱਤਵਪੂਰਨ ਹੈ। ਉਹ ਵਿਚਾਰ ਇਹ ਹੈ ਕਿ ਨਾਨਕ ਕੱਕੇ ਨੂੰ ਔਂਕੜ, ਨਾਨਕ ਕੱਕੇ ਨੂੰ ਸਿਹਾਰੀ, ਨਾਨਕ ਕੱਕਾ ਮੁਕਤਾ, ਨਾਨਕਾ ਕੱਕੇ ਨੂੰ ਕੰਨਾ। ਜੋ ਗੁਰੂ ਸਾਹਿਬ ਨੇ ਉਚੇਚ ਨਾਲ ਜਿਵੇਂ ਰੱਖਿਆ ਹੈ ਉਸ ਸ਼ਬਦ ਨੂੰ, ਉਸ ਨੂੰ ਉਸ ਅਨੁਸਾਰ ਮਾਨਣ ਦੀ, ਜਾਣਨ ਦੀ ਲੋੜ ਹੈ। ਆਓ ਸ਼ੁਰੂ ਕਰਦੇ ਹਾਂ ਵਿਚਾਰ। ਪਹਿਲਾ ਜੋ ਸਾਡੇ ਪਾਸ ਨਾਨਕ ਕੱਕੇ ਨੂੰ ਔਂਕੜ, ਨਾਨਕ, ਨਾਨਕ ਜਦੋਂ ਕੱਕੇ ਨੂੰ ਔਂਕੜ ਹੈ ਤਾਂ ਇਸ ਦਾ ਉਚਾਰਨ ਨਾਨਕ। ਜਦੋਂ ਨਾਨਕ ਦੇ ਕੱਕੇ ਨੂੰ ਔਂਕੜ ਹੋਏਗਾ ਤਾਂ ਇਸ ਦਾ ਹਮੇਸ਼ਾ ਭਾਵ ਇਹ ਹੋਏਗਾ ਗੁਰੂ ਨਾਨਕ ਪਾਤਸ਼ਾਹ। ਇਹ ਗੁਰੂ ਨਾਨਕ ਪਾਤਸ਼ਾਹ ਦੇ ਪ੍ਰਥਾਏ ਇਹ ਨਾਨਕ ਹੈ। ਕੱਕੇ ਨੂੰ ਔਂਕੜ ਗੁਰਬਾਣੀ ਵਿਆਕਰਣ ਦੇ ਉਸੇ ਸਥਾਪਿਤ ਵਿਧਾਨ ਅਨੁਸਾਰ ਔਂਕੜ ਕੇਵਲ ਉਸ ਨੂੰ ਜਿਹੜਾ ਇੱਕ ਵਚਨ ਪੁਲਿੰਗ ਤੋਂ ਨਾਨਕ, ਨਾਨਕ ਦਾ ਕੱਕੇ ਦਾ ਔਂਕੜ ਹਮੇਸ਼ਾ ਇਹ ਦਰਸਾਏਗਾ ਹਰ ਤੁਕ ਵਿੱਚ ਕਿ ਇੱਥੇ ਗੁਰੂ ਨਾਨਕ ਪਾਤਸ਼ਾਹ ਦੇ ਬਾਰੇ ਗੱਲ ਹੋ ਰਹੀ ਹੈ। ਸਰਵਣ ਕਰਨ ਵਾਲੇ ਨੂੰ ਜਿਹੜਾ ਅਸੀਂ ਨਾਨਕ ਦਰਸ਼ਨ ਕਰ ਰਹੇ ਹਾਂ, ਨਾਨਕ ਨੰਨੇ ਨੂੰ ਕੰਨਾ, ਨੰਨਾ ਕੱਕੇ ਨੂੰ ਔਂਕੜ, ਤੇ ਜੇ ਕੱਕਾ ਔਂਕੜ ਨਾ ਹੋਏ ਇਹਨਾਂ ਦੋਨਾਂ ਦੇ ਬੋਲਣ ਵਿੱਚ ਕੀ ਫਰਕ ਹੋ ਸਕਦਾ ਹੈ ਜਿਹੜਾ ਕਿ ਉਸ ਨੂੰ ਬੋਧ ਕਰਾਏ। ਉਸ ਬੋਧ ਮਤਲਬ ਉਸ ਨੂੰ ਵੀ ਜਾਣਕਾਰੀ ਕਰਾਏ ਜਿਹੜਾ ਗੁਰਬਾਣੀ ਸਰਵਣ ਕਰ ਰਿਹਾ ਨਾਨਕ। ਇਸ ਦਾ ਕੀ ਵਿਧਾਨ? ਇਸ ਦਾ ਵਿਧਾਨ ਜਿਹੜਾ ਗੁਰਬਾਣੀ ਵਿਆਕਰਣ ਆਧਾਰਿਤ ਗੁਰਬਾਣੀ ਉਚਾਰਨ ਪ੍ਰਣਾਲੀ ਵਿੱਚ ਜਦੋਂ ਉਚਾਰਨ ਹੈ, ਅਸੀਂ ਕੋਈ ਧੁਨੀ ਜਿਹੜੀ ਹੈ ਸਾਡੇ ਰਸਨਾ ਤੋਂ, ਸਾਡੇ ਮੁਖ ਤੋਂ ਧੁਨੀ ਨਿਕਲ ਰਹੀ ਹੈ। ਹੁਣ ਇਸ ਧੁਨੀ ਦਾ ਵਰਗੀਕਰਨ ਕਰਨਾ ਪਏਗਾ, ਕਲਾਸੀਫਿਕੇਸ਼ਨ ਕਰਨਾ ਪਏਗਾ। We need to classify the sounds produced by the letters. ਇਹ ਕੱਕਾ, ਖੱਖਾ, ਗੱਗਾ, ਕੱਗਾ ਇਹ ਤਾਲਵੀ ਨੇ। ਤਾਲਵੀ ਮਤਲਬ ਇਹਦੀ ਜਦੋਂ ਜੀਭ ਉੱਪਰਲੇ ਤਾਲੂ ਤੇ ਲੱਗਦੀ ਹੈ ਤੇ ਜੇ ਅਸੀਂ ਉਹਨੂੰ ਛੁਡਾਈਏ ਜਦੋਂ ਤੇ ਫਿਰ ਇਹ ਦੀਰਘ ਹੋ ਜਾਂਦੀ ਹੈ। ਨਾਨਕ ਜਿਹੜਾ ਆਖਰੀ ਕੜਕ ਹੈ ਨਾ, ਪਰ ਜੇ ਪੂਰਾ ਨਾ ਕਰੀਏ, ਆਖਰੀ ਸਿਰਫ ਤਾਲੂ ਨਾਲ ਜੋੜੀਏ ਤਾਂ ਉਹ ਜਿਹੜਾ ਲਘੂ ਰਹਿ ਜਾਂਦੀ ਹੈ ਨਾਨਕ। ਤੇ ਜਦੋਂ ਕੱਕੇ ਨੂੰ ਔਂਕੜ ਜਾਂ ਸਿਹਾਰੀ ਹੈ ਨਾਨਕ। ਹੁਣ ਇਹ ਸਾਡੇ ਕੋਲ ਸ਼ਬਦ ਹੈ ਨਾਨਕ, ਇਸ ਦਾ ਸੀ ਉਚਾਰਨ ਕੱਕੇ ਦੇ ਦੀਰਘ ਮੁਕਤੇ ਦੀ ਧੁਨੀ ਦੇ ਨਾਲ ਅਸੀਂ ਕੀਤਾ ਹੈ ਨਾਨਕ। ਇਸ ਦੇ ਨਾਲ ਇਹ ਸੁਣਨ ਵਾਲੇ ਨੂੰ ਜਿਹੜਾ ਗੁਰਬਾਣੀ ਸਰਵਣ ਕਰ ਰਿਹਾ ਹੈ ਉਸ ਨੂੰ ਇਹ ਬੋਧ ਹੋ ਗਿਆ ਇਹ ਕੱਕਾ ਮੁਕਤਾ ਨਹੀਂ ਹੈ। ਮੁਕਤਾ ਹੁੰਦਾ ਕੱਕਾ ਇਸ ਤਰ੍ਹਾਂ ਨਾ ਸੀ, ਨਾਨਕ, ਇਹ ਹੈ ਨਾਨਕ। तो नानक ने कहता
ਕਿ ਇਹ ਹੁਣ ਮੁਕਤਾ ਨਹੀਂ ਹੈ। ਜਦੋਂ ਨਾਨਕ ਜਦੋਂ ਹੋਏਗਾ ਉਹ ਹਮੇਸ਼ਾ ਗੁਰੂ ਨਾਨਕ ਪਾਤਸ਼ਾਹ ਦੇ ਪਰਥਾਏ ਹੋਏਗਾ। आओ हुण असी ਉਹ ਤੁਕਾਂ देखिए। नानक कहे सुनो जन भाई, सुख सोहलड़ा हर त्यावहो। नानक कहे, हुण जदों असी इस तरह बोलिया नानक कहे, तो कक्के नूं असी की कीता? मुक्ते दी दीर्घ धुनी नानक ते सरवण करन वाले ने एकदम इस गल नूं बोध हो गया कि एक नानक नहीं बोलिया, नानक बोलिया। तो इसका मतलब गुरु नानक पातशाह कह रहे हैं, सुनो जन भाई, तुसी सुनो, सुख सोहेलड़ा हर त्यावहो। हरि नो त्यावहो, त्यावो दा मतलब हमेशा असी अपने मन विच पक्का वसा लो। सिमरो ते त्यावो, ये दो पड़ा ने। याद करो पहली बारी सिमरो, पर हुण पक्का अंदर वसा लो, त्यावहो। नानक कहे सियाणीए, गुरु नानक पातशाह कह रहे हैं, ओ सियाणी जीव स्त्रीए, क्यों कंत मिलावा होए, पढ़न वाले नो भी ते सुड़न वाले नो भी। एक गुरु नानक पातशाह की बात हो रही है। नानक मांगे नाम प्रभ सार, नाम नानक मांगे, गुरु नानक पातशाह मंगदे हन प्रभु दा सारा तत्त जो है नाम। नाम दी विचार असी पहला कीती है कि उसदी होंद दा एहसास मेरे मन विच वस जाए, यही सारा तत्त है, इसे विचों सारा सुख है। इसदा ही यही आधार है कि सहज आनंद नाम दा होना, नाम दा उसदा एहसास मन च होना, ये इन्ना कीमती है। इसे करके नाम दा जिक्र बारंबार है। नानक पातशाह खुद मांग रहे ने। जदों नानक पातशाह मांग रहे ने तो यह कितना भारी साडे वास्ते रस्ता है कि जिस गल नूं नानक पातशाह लोचदे ने, मैं तो उस गल दे मगर लग जा। नानक मांगे नाम प्रभ सार, यही प्रभु दा तत्त है, ये साडे यही सारी खेड है। ब्रह्म विचार नानक आख सुनावे, ब्रह्म विचार अकाल पुरख दी विचार, लोक जाने यह गीत है, यह तो ब्रह्म विचार। ये कोई इधर उधर दी गल्लां नहीं है, ये सुनिया सुनाई गल्लां नहीं है, ये रब दी गल्लां ने। ब्रह्म विचार है, ब्रह्म विचार पर नानक आख सुनावे। इत्थे असीं जदों नानक आख सुनावे, नानक नूं इस तरह असीं जो बोलदे हां ते नानक दे कक्के दा औंकड़ गुरबाणी पढ़न वाले वास्ते हमेशा ये होएगा गुरु नानक पातशाह, पर गुरबाणी सरवण करन वाले वास्ते नानक आख सुनावे। जे इस नूं कक्का नहीं दीर्घ मुक्ता कीता ते कोई तरीका नहीं है सवाए इसदे कि नानकू किया जाए, पर नानकू कहना विगाड़ है। ब्रह्म विचार नानक आख सुनावे, हो गया, विगाड़ भी नहीं होया ते बोध भी हो गया, तुकता तुहानूं समझ आई। ब्रह्म विचार नानक आख सुनावे। अगे चलते हैं जी। सास सास हर गावे नानक, नानक गुरु नानक पातशाह। हुण देखो गावे बड़ी वड्डी विडंबना है, सारा सिख जगत इत्थे लग्या है। और ये जो तत् ये जो चिणंग जिहड़ी है, ये मैनू सत्कारयोग सरदार चतरपाल सिंह जी डेट्रॉइट वालियां ने, उन्होंने जदों सब तो पहली बारी मैनू कहा सी किन्ने लोग ने 70% दुनिया के लोग नहीं गा सकते, वो तो फिर कंडेम्ड हो गए। मैं कहा यू हैव ए पॉइंट, मैं तो कभी रियलाइज नहीं होया क्योंकि मैं तो गा सकदा। तो पर इत्थे देखो गुरु साहब, ये गल तो एक पासे है ही है कि हाउ कैन 70% पीपल बी कंडेम्ड, जे गाना ही महत्वपूर्ण हुए। पर इत्थे देखो ना गुरु साहब ने दसता सास सास, हुण सास सास वाजा तबला थोड़ा बजाना, किन्ना मतलब आई ओपनर, राइटिंग ऑन द वॉल। इस तो प्रत्यक्ष ही प्रमाण होएगा। सास सास हर गावे नानक, और प्रमाण भी हो जिथे गुरु नानक पातशाह खुद उन्हां दा जिक्र हो रहा है।
हरि नू गावे। गुरु नानक पातशाह किवें गावे? सास सास। की गायन जिन्हों असीं गायन समझ रहे हैं, कि यह गायन सास सास हो सकता है? कि यह संभव है? यह असंभव है। ते एदा मतलब जो असीं समझ रहे हैं वो ते असंभव है। इसका मतलब गावे का मतलब गाहे है, ते गाहे का मतलब गाहना है, गाहना का मतलब समझना है। ये बाणी बुझण वाली है, इसनू बुझना, इसनू समझना, इसनू गाहना ही इसनू गावना है। सास सास हर गावे नानक, सतगुर ढाक लिया मेरा पढ़दा जियो। एक होर प्रमाण, नानक दास कहे बेनंती। नानक दास, गुरु नानक पातशाह हरि दा, प्रभु दा दास एक बेनती करता है। नानक दास, हुण ये नानक ने ये दसदा कि ये वाला नानक, इस तुक विच ये जो शब्द नानक है ये गुरु नानक पातशाह परथाए है। कक्के दे औंकड़ जिसनों दर्शाना जरूरी है। नानक दास कहे बेनंती, आठ पहर तुद ध्याई जियो। ये पहर, पहर ये है पूर्ण मुक्ति की ध्वनि। जिदा पप्पा बोलिया उस तरह ही हाहा बोलिया, उस तरह रारा बोलिया। पहर सहज, ये हुण असीं देखिए जेड़े भी तुक साडे सामने आए उहदे च नानक गुरु नानक पातशाह परथाए, उसनों समझ के सारी तुक समझिए और नानक दे कक्के नूं दर्शाइए उस प्राणी वास्ते जिहड़ा तुहाडा कीता होया पाठ सरवण कर रहा, तुहाडा कीर्तन नूं सरवण कर रहा है, तुहाडे तुसीं सहज पाठ कर रहे हो, खंड पाठ कर रहे हो, जिहड़ा सरवण कर रहा उसनों दर्शाना जरूरी है कि ये नानक गुरु नानक पातशाह सी जिहड़ा तुक विच बोलिया। नानक कहे सुनो जन भाई, नानक कहे नानक मांगे, नानक आख सुनावे, गावे नानक, नानक दास कहे बेनंती। तो इस तरह से नानक दा जो गुरु नानक पातशाह परताए नानक है, ये इसनों असीं इस तरह दर्शाउने। फिर साडे कोल एक आंदा है कहे नानक, तो उत्थे भी गुरु नानक पातशाह, तो नानक दे कक्का दा औंकड़ हमेशा कहे नानक जीवाले जिया, जह पावे तह राख तुही। कहे नानक, गुरु नानक पातशाह आखदे हन, गुरु नानक पातशाह आखदे हन, कहे नानक सच कहे नानक, चेत रे मन जियड़िया परदेसिया। कहे नानक जिस करे कृपा सो हर भगती चित लावे। हुण तुहाडे कोल दूसरा आकार नानक शब्द आ कक्के नूं सिहारी, हाले भी ये गुरु नानक पातशाह परथाए है, उच्चारण नानक ही रहेगा। आखिरी व्यंजन जदों कक्के नूं सिहारी लगदी है तां उसका उच्चारण दीर्घ मुक्ते वाला हुंदा नानक। हुण इसका भाव भी गुरु नानक पातशाह ही है। गुरु नानक पातशाह ने हर कै दर वरत्या सो नानक आख सुनाया। जो गुरु दे दर तो प्राप्त होया, जो मिलिया, जो उत्थे होया, जो वर्तारा होया, वो गुरु नानक पातशाह ने, हुण इत्थे ने जुड़ गया नाल, जिहड़ा कक्के दे औंकड़ दे नाल ने नहीं सी। हर कै दर वरत्या सो नानक आख सुनाया, ते हुण इत्थे नानक ने आख सुनाया। नानक ने, ते ने हमेशा लगूगा नाल। गुर प्रसाद अकथ नानक वखाणिया। गुरु की कृपा दे नाल वो जो कथिया नहीं जा सकता, उसनों गुरु नानक ने वो दर्शाता, वो दर्शाया, वो कथिया। गुर प्रसाद नाल, गुरु की कृपा दे नाल गुर प्रसाद अकथ नानक वखाणिया। तो नानक वखाणिया कक्के दी सिहारी नूं जदों असीं दीर्घ मुक्ता वाला कक्का उच्चारण करते हैं, ते ये हुण कक्का मुक्ता तो भिन्न हो गया।
ਕੱਕਾ ਮੁਕਤਾ ਤੋਂ ਭਿੰਨ ਹੋਣ ਤੋਂ ਬਾਅਦ ਹੀ ਇਹ ਆਪਣੇ ਆਪ 'ਚ ਇਹ ਨਾਨਕ ਪਾਤਸ਼ਾਹ ਤੇ, ਕਿਉਂਕਿ ਨਾਨਕ ਕੱਕੇ ਨੂੰ ਸਿਹਾਰੀ ਤੇ ਕੱਕਾ ਮੁਕਤਾ ਦੋਨੇ ਸਾਨੂੰ ਦਰਸਾਉਂਦੇ ਨੇ ਇਹ ਗੁਰੂ ਨਾਨਕ ਪਾਤਸ਼ਾਹ ਨੇ ਵਿਖਾਣਿਆ। ਹਰ ਭਗਤ ਖਜ਼ਾਨਾ ਬਖਸ਼ਿਆ, ਗੁਰੂ ਨਾਨਕ ਕੀਆ ਪਸਾਵ ਜੀਓ। एक भगत गुरु हरि दा जो एक खजाना दे बख्शिश की, गुरु नानक साहब ने कृपा की। गुरु नानक किया पसाओ जियो, गुरु नानक किया, एक गुरु नानक साहिब गुरु नानक पातशाह ने ये कृपा की ते इस जो खजाना ये वरताता। हर भगत खजाना बख्शिया, गुरु नानक किया पसाओ जियो। साध संगे नानक रंग माणिया। हुण साध संगे ਇਹਦਾ ਗੱਗੇ ਨੂੰ ਅਸੀਂ ਲਘੂ ਲਾਂ ਵਾਲਾ ਉਚਾਰਨ ਇਸ ਦੀ ਸਿਹਾਰੀ ਦਾ ਕਿਉਂ ਕੀਤਾ? ਕਿਉਂਕਿ ਸੰਗ ਜੋ ਹੈ ਇਹ ਸੰਬੰਧਕ ਹੈ। ਸੰਬੰਧਕ ਦੇ ਆਖਰੀ ਅੱਖਰ ਦੀ ਸਿਹਾਰੀ ਗੁਰੂ ਸਾਹਿਬ ਨੇ ਉਚੇਚ ਨਾਲ ਲਗਾਈ ਹੈ। ਇਸ ਦਾ ਉਚੇਚ ਨਾਲ ਵੱਖਰਾ ਉਚਾਰਨ ਹੈ। ਤੋ ਗੁਰਬਾਣੀ व्याकरण आधारित गुरबाणी उच्चारण प्रणाली विच सारियां सिहारियां ਜਿਹੜੀਆਂ ਸੰਬੰਧਕਾਂ ਨੂੰ ਲੱਗਦੀਆਂ ਦੇ, ਸੰਬੰਧਕਾਂ ਦੇ ਆਖਰੀ ਅੱਖਰ ਨੂੰ ਲੱਗਦੀਆਂ ਨੇ, ਸੰਗੇ, ਨਾਲੇ, ਉਪਰੇ, ਬਾਹਰੇ, ਅੰਦਰੇ, ਮੰਝਾਰੇ, ਇਹ ਸਾਰਿਆਂ ਨੂੰ ਉਸ ਦਾ ਲਘੂ ਲਾਮ ਵਾਲਾ, ਕਿਉਂਕਿ ਸਿਹਾਰੀ ਦਾ ਲਾਮ ਦੇ ਨਾਲ ਗੁਰਬਾਣੀ ਵਿੱਚ ਸਥਾਪਿਤ ਵਿਧਾਨ ਹੈ ਕਿ ਇਸ ਦਾ ਸੰਬੰਧ ਹੈ, ਆਪਸ ਵਿੱਚ ਸੰਬੰਧ ਹੈ। ਸੰਬੰਧਕ ਦਾ ਕੀ ਮਤਲਬ? ਸੰਬੰਧਕ ਹੁੰਦੇ ਨੇ ਪ੍ਰੈਪੋਜੀਸ਼ਨਸ, ਜਿਸ ਤਰ੍ਹਾਂ ਆਫ। ਓਕੇ। ਬੁੱਕ ਆਫ ਬਲਪ੍ਰੀਤ, ਆਫ ਇਜ਼ ਪ੍ਰੈਪੋਜੀਸ਼ਨ। ਇੱਥੇ ਕੀ ਹੋਏਗਾ? ਬਲਪ੍ਰੀਤ ਦੀ ਕਿਤਾਬ, ਤੋ ਦੀ ਇਜ਼ ਸੰਬੰਧਕ। ਕਈ ਸੰਬੰਧਕ ਤਾਂ ਇਸ ਤਰ੍ਹਾਂ ਦੇ ਨੇ, ਦਾ ਦੇ, ਦੀ, ਕਾ ਕੇ, ਕੀ, ਉਹ ਤਾਂ ਕਲੀਅਰ ਉਹਦੇ ਉੱਥੋਂ ਹੀ ਪਤਾ ਲੱਗ ਜਾਂਦਾ। ਪਰ ਅੰਤਰ ਬਿਨਾ ਸਿਹਾਰੀ ਤੋਂ ਵੀ ਹੈ, ਅੰਤਰੇ ਸਿਹਾਰੀ ਨਾਲ ਵੀ ਹੈ। ਕੇਵਲ ਸਿਹਾਰੀ ਵਾਲਾ ਪ੍ਰੈਪੋਜੀਸ਼ਨ ਹੈ। ਵਿੱਚ ਜਿਹੜਾ ਚੱਚਾ ਬਿਨਾ ਸਿਹਾਰੀ ਤੋਂ ਵੀ ਹੈ, ਉਦੋਂ ਸੰਬੰਧਕ ਨਹੀਂ ਹੈ। ਵਿੱਚ ਨਾ ਕੋਈ ਕਰ ਸਕੇ, ਵਿਚੋਲਾ ਨਹੀਂ ਕੋਈ ਬਣ ਸਕਦਾ। ਵਿੱਚ ਨਾ ਹੈ, ਵਿੱਚ ਹੀ ਹੈ, ਪਰ ਉਹਨੂੰ ਸਿਹਾਰੀ ਨਹੀਂ ਹੈ। ਪਰ ਚੱਚੇ ਨੂੰ ਸਿਹਾਰੀ ਜਦੋਂ ਆਏਗੀ ਵਿੱਚੇ। ਇਸੇ ਕਰਕੇ ਅਸੀਂ ਵਿੱਚ ਔਰ ਵਿੱਚੇ, ਅੰਤਰ ਅੰਤਰੇ, ਬਾਹਰ ਬਾਹਰੇ, ਇੱਕ ਜਗ੍ਹਾ ਤੇ ਸਿਹਾਰੀ, ਇੱਕ ਜਗ੍ਹਾ ਤੇ ਉਹੀ ਸ਼ਬਦ ਸੰਬੰਧਕ ਨਹੀਂ ਹੈ, ਦੂਸਰਾ ਸ਼ਬਦ ਉਹੀ ਸ਼ਬਦ ਸੰਬੰਧਕ ਹੈ। ਤੇ ਜਦੋਂ ਵੀ ਗੁਰੂ ਸਾਹਿਬ ਨੇ ਸੰਬੰਧਕ ਨੂੰ ਕੀਤਾ ਤੇ ਉਹਨੂੰ ਸਿਹਾਰੀ ਲਗਾਈ ਹੈ। ਤੇ ਇਹ ਹੁਣ ਪੜਨ ਵਾਲੇ ਵਾਸਤੇ ਤਾਂ ਹੋ ਗਈ ਵੀ ਸਿਹਾਰੀ ਵਾਲਾ ਵਿੱਚ ਹੈ, ਸਰਵਣ ਕਰਨ ਵਾਲੇ ਨੂੰ ਕਿਵੇਂ ਦੱਸਾਂਗੇ ਵੀ ਸਿਹਾਰੀ ਵਾਲਾ ਵਿੱਚ ਹੈ? ਇਸ ਕਰਕੇ ਗੁਰਬਾਣੀ ਵਿਆਕਰਣ ਆਧਾਰਿਤ ਗੁਰਬਾਣੀ ਉਚਾਰਨ ਪ੍ਰਣਾਲੀ ਜਿਹੜੀ ਹੈ, ਉਸ ਵਿੱਚ ਇਸ ਗੱਲ ਦਾ ਧਿਆਨ ਇਹ ਰੱਖਿਆ ਕਿ ਉਹ ਸਾਰੀਆਂ ਸਿਹਾਰੀਆਂ ਜਿਹੜੀਆਂ ਸੰਬੰਧਕ ਕਰਕੇ ਨੇ, ਉਸ ਦਾ ਉਚਾਰਨ ਲਘੂ ਲਾਂ ਵਾਲਾ। ਇਸ ਕਰਕੇ ਸਾਧ ਸੰਗੇ, ਪਰ ਸੰਗੇ ਨਹੀਂ, ਗੱਗੇ ਨੂੰ ਲਾਮ ਨਾਲੋਂ ਛੋਟਾ, ਲਘੂ ਲਾਮ, ਸੰਗੇ। ਸੰਗੇ ਹੋਏਗਾ ਗੱਗੇ ਨੂੰ ਲਾਮ, ਸੰਗੇ। तो साध संगे लघु लाम, साध संगे नानक रंग माणिया, नानक ने रंग माणिया, नानक ने कक्के दी सिहारी ने दर्शाया। ते असी सरवण करन वाले नूं ये दस रहे हां कि ये मुक्ता नहीं है, नानक रंग माणिया। तो नानक रंग माणिया दे संपूर्ण तुक तो ये अपने आप जदों असीं नानक रंग माणिया, जदों कक्का सी दीर्घ मुक्ता करके बोलते हैं नानक रंग माणिया, ते ये अपने आप वो सारा नानक ने रंग माणिया ये बन जाता है सरवण करने वाले लिए। तो इसकी ये साडा साडे पास आ गया नानक कक्का औंकड़ ते नानक कक्का सिहारी। ये दोनों शब्द नानक दे दोने जो इस शब्द के आकार ने ये गुरु नानक पातशाह परथाए हैं। अगे चलते हैं, हुण आया नानक। नानक मुक्ता असीं दर्शा रहे हैं, इसका उच्चारण भी, इसका कदी भी मतलब गुरु नानक पातशाह नहीं हुंदा है। इस करके कितना जरूरी है दसना कि नानक, नानक इहदा कक्का नानक तो कितना फर्क है। नानक ये जड़ा तालवी जड़े ने ना कक्का कक्खा गग्गा गग्गा गंगा, इनो जड़ा आखिरी कड़क नहीं करना, नानक वो नहीं करना, नानक नानक
ਜਦੋਂ ਅਸੀਂ ਆਪਣੀ ਰਸਨਾ ਨੂੰ ਤਾਲੂ ਨਾਲ ਲਾੜਦੇ ਆ ਤੇ ਹੋ ਜਾਂਦਾ ਲਘੂ ਨਾਨਕ। ਜਦੋਂ ਉਸ ਖੋਲਦੇ ਆ ਨਾਨਕ ਨਾਨਕ ਨਾਨਕ, ਉਹ ਜਿਹੜੀ ਅਸੀਂ ਤਾਲੂ ਤੋਂ ਛੋੜਨਾ ਨਹੀਂ, ਆਪਣੀ ਜੀਭ ਨੂੰ ਤਾਲੂ ਨਾਲ ਲਗਾਣਾ, ਉੱਥੇ ਰੁਕ ਲੈਣਾ, ਇਹ ਹੋ ਗਿਆ ਲਘੂ। ਜਦੋਂ ਛੋੜਾਂਗੇ ਤੇ ਹੋ ਜਾਏਗਾ ਦੀਰਘ। तो नानक दा जो उच्चारण है हमेशा दर्शाएगा हे मन समझ लो। इस तरह सी हुण एक होर गल, जदों भी ये संबोधन है नानक, ये संबोधन पर किसी नानक पातशाह नूं संबोधन नहीं है क्योंकि नाम नानक है। संबोधन मन नूं है कि असी संबोधन वांगू बोलते हैं, पर संबोधन असी अपने मन नूं करना है। इस करके हमेशा नानक शब्द, नानक कक्का मुक्ता, हमेशा तुक नालों वखरा करके इसनूं समझना होएगा। उच्चारण भी इहदा वखरा होएगा और समझना भी वखरा होएगा। और इसदियां तुकां विचारदे हैं नानक हे मन समझ लो कि इसनूं हमेशा तुक ना वखरा। नानक जिस मन वसै तिसके सबे दुख मिटाए। अच्छा हुण सबे, मैं सबे नूं इस तरह क्यों बोलिया? हुण सब भी साडे, हुण सब असी संबंधक दी सिहारी विचार लई, ਉਹ ਕਿਵੇਂ ਵੱਖਰੀ ਹੈ, क्योंकि हुण असी आ गए पढ़नाम विच। तो इस करके ये जो उच्चारण प्रणाली है ये गुरबाणी व्याकरण आधारित है। उच्चारण गुरबाणी दा परिणाम दर्शा रहा है, ये पंजाबी अनुसार नहीं है। जिहड़ा हुण तक दा गुरबाणी उच्चारण है ये पंजाबी व्याकरण आधारित है। गुरबाणी विच सस्सा भब्बे नूं सिहारी हमेशा बहुवचन दा प्रतीक है। जदों सस्सा भब्बे नूं सिहारी नहीं है, सिहारी निकाल दईए, सस्सा भब्बा ये एक वचन है। एक वचन विच भी ये केवल स्त्रीलिंग वास्ते है। सब दे तीन आकार ने, सस्सा भब्बा मुक्ता, सस्सा भब्बा औंकड़, सस्सा भब्बा सिहारी, तिन्नां दे अलग अलग मतलब ने गुरबाणी विच। ये मतलब पंजाबी विच नहीं हुंदे, उत्थे सब इक्को ही है। इत्थे सब एक है, सस्सा भब्बा औंकड़ सारा, सस्सा भब्बा मुक्ता सारी, ते सस्सा भब्बे नूं सिहारी सारे। सारा, सारी ते सारे तीन मतलब हो गए सब दे। ते तिन्नां दे गुरु साहब ने उचेश नाल आकार वखरा वखरा कीता। भब्बा मुक्ता, भब्बे नूं औंकड़, भब्बे नूं सिहारी। भब्बा मुक्ता इनू बोलांगे सब। भब्बा लघु मुक्ता, इसका मतलब होएगा सारी, पर भब्बे नूं औंकड़ सब, उसका मतलब होएगा सारा। इत्थे है सबे। भब्बे नूं सिहारी नूं असीं लघु नाम कीता, तिन्ने वखरे वखरे हो गए। सबे दा मतलब होएगा सारे, बहुवचन। बहुवचन हमेशा भब्बे नूं सिहारी नाल ही हुंदा। ते सबे दुख, हुण सबे दुख दे खक्के नूं कदी भी औंकड़ नहीं आ सकदा। गुरबाणी दा एक वचन बहुवचन पंजाबी दे एक वचन बहुवचन तो बिल्कुल भिन्न है। सो ਇਹਦਾ ਮਤਲਬ ਹੈ ਕਿ ਜਦੋਂ ਵੀ ਸਭ ਦੇ ਵਿੱਚ ਸਿਹਾਰੀ ਆਏਗੀ ਤਾਂ ਹਮੇਸ਼ਾ ਸਭੇ ਹੀ ਹੋਏਗਾ ਗੁਰਬਾਣੀ ਦੇ ਵਿੱਚ। ਸਭੇ या हमेशा ਹਮੇਸ਼ਾ उसका मतलब भी सारे होएगा। और उस दे नाल जिहदे बारे गल, क्योंकि तां परिणाम है ना सभे, एक ही सभे की इत्थे दुख है, वो दुख भी हमेशा बहुवचन ही होएगा। सभे दुख, इसका मतलब सभे दुख दे खखा दा हमेशा लघु होएगा दुख। भब्बा औंकड़ होएगा ते खखे नूं भी औंकड़ होएगा। सब दुख ते हमेशा साडा उच्चारण की होएगा सब दुख, सभे दुख। नानक जिस मन वसै तिसके सबे दुख मिटाए। ये होगी पहली तुक। इहदे च असीं नानक दा संबोधन कीता है, पर इसका मतलब है हे मन समझ लो के इस तरह समझांगे आपां अंदरों अंदर। ते जदों असीं इस नूं इस तरह पढ़ दिंदे आ नानक जिस मन वसै, कि असीं दस नहीं रहे हुंदे
कि मैनू इस तुक दा कोई मतलब नहीं पता। नानक दा मतलब नहीं पता, ये तो चलो साडे साहित्य च इस वेले मिलता ही नहीं है। नानक नू ये किया जाता, हे नानक ये मेरे वास्ते है तुक। असी नानक में थोड़ा दस रहे हैं। नानक संबोधन है क्योंकि कक्का मुक्ता है, पर इसका भाव की है, ये तुक मेरे वास्ते है। हे मन समझ ले के जिस मन वसै तिसके सबे दुख मिटाए। आज मेरे मन मैं समझ ला, जिथे जिथे भी नानक आंदा है उथे असी मैं अपने आप नू अंदर संबोधन करना है। ते मन हमेशा मेरा थॉट प्रोसेस है, मेरी सोच प्रणाली है। उस तो मेरी सोच प्रणाली नू किया गया मन। इसनू समझ ले भाई कि जिस मन वसै तिसके सबे दुख मिटाए। नानक नाम जपत सुख उपजै, दरगह पाइए थाओ। संदर्भ की है तुक दा इत्थे तक है, नाम जपत सुख उपजै। नाम जपत, अच्छा हुण जपत एक होर बड़ी भारी विडंबना है, ये गुरु साहब बख्शिश करन। जपना दा मतलब है जापना। मैनू जापदा है कि दिन चढ़ गया, मैनू जापदा है कि मैनू थोड़ा थोड़ा समझ आ रहा है, ये है जापना, जिसनू गुरबाणी विच जपत जपना लिखिया हुंदा है। गुरबाणी दी शब्दावली पंजाबी वाली नहीं है। पंजाबी दे अखरां दा साडा गुरमुखी लिपि दे अखर पंजाबी ने वरते ने, पर इस दे संदर्भ जेड़े ने गुरबाणी वाले भिन्न ने। नाम, नाम किसी दा नाम नहीं हुंदा। नाम, नाम उसदी होंद है, उसदी होंद दा एहसास नाम है। नाम जपत उसदी होंद दे एहसास नू जाप लैण दे नाल। जे मैं उसदी होंद दा एहसास मेरे मन च हर वेले है, जे मैं इत्थे बैठा मेरे मन च ये एहसास भी है कि रब मेरे नाल बैठा है, ते आई विल बिहेव। मैं सोचण वेले बिहेव करांगा, मैं बोलण वेले बिहेव करांगा। ਉਹ ਜਿਹੜਾ ਮੇਰਾ ਮੇਰੀ ਸੋਚ ਪੱਧਰ ਤੱਕ ਦੀ ਜਿਹੜਾ ਮੇਰਾ ਬਿਹੇਵ ਸੈੱਟ ਹੋ ਗਿਆ, ਉਹਦੇ ਵਿੱਚੋਂ ਸੁੱਖ ਉਪਜਣ ਨੇ ਕਿ ਮਾੜੀ ਸੋਚ ਵੀ ਨਹੀਂ ਆ ਸਕਦੀ। ਕੰਮ ਕਰਨਾ ਤੇ ਬਹੁਤ ਦੂਰ ਦੀ ਗੱਲ ਹੈ, ਮਾੜੀ ਸੋਚ ਵੀ ਨਹੀਂ ਆ ਸਕਦੀ। ਚੰਗੀਆਂ ਸੋਚਾਂ ਸੁੱਖ ਦੀਆਂ, ਆਨੰਦ ਦੀਆਂ, ਸਹਿਜ ਦੀਆਂ। ਮੇਰੀ ਤਾਂ ਵਾਰਤਾਲਾਪ, ਮੇਰੀ ਸੰਗਤ ਹੀ ਪ੍ਰਭੂ ਦੇ ਨਾਲ ਹੈ। ਇਹ ਹੈ ਨਾਮ, ਇਹ ਹੈ ਨਾਮ ਜਪਣਾ, ਇਹ ਹੈ ਨਾਮ ਜਪਤ। नाम नू जाप लेना, समझ लेना, बुझ लेना। नानक हे मेरे मन समझ ले, गल हले अगों आनी है। ओ गल अपने आप च मुकम्मल है, कंप्लीट है। की कंप्लीट गल है? नाम जपत सुख उपजै, दरगह पाइए थाओ। जदों भी नानक कक्का मुक्ता है, ये तुक विच रलगड़ नहीं हो सकता, क्योंकि इसका संदर्भ ही वखरा है। जो बाकी तुक विच कहा जा रहा है, नानक ये कह रहा है हे मन इसनू समझ। तो नानक जिस मन वसै तिसके सबे दुख मिटाएण, बाकी सारा इकट्ठा हो सकता। नानक नाम जपत सुख उपजै, दरगह पाइए थाओ। बाकी दा जेड़ा तो बाकी जो तुक विच जो गुरबाणी दा स्नेहा है, वो अपने आप विच संपूर्ण है, पर नानक अपने आप विच एक दूसरा स्नेह है कि हे मन ये समझ ले कि नाम जपत सुख उपजै, दरगह पाइए थाओ। कर्महीन धन करै बिनंती, कद नानक आवे वारी। हुण देखो किस तरह नानक विच, पर हाले भी नानक दा उचारण इस तो विचों वखरा करके कर्महीन धन करे बिनंती, कद नानक आवे वारी। स्नेहा की है? कद आवे वारी। ए मन समझ ले के की समझ ले, कद आवे वारी। मेरे कर्मां च नहीं है। मैं बेनती करदी हां, जीव इस्त्री बेनती कर, धन मतलब जीव इस्त्री। कर्महीन धन करे बिनंती,
कद नानक आवे वारी, इस तरह बोलांगे, कद नानक आवे वारी, भाणे ही जिस भगती लाए, नानक विरले है। तो इस तरह नानक ਨੂੰ ਅਸੀਂ ਤੁਕ ਤੋਂ ਵੱਖਰਾ, ਇਸ ਦਾ ਸੁਨੇਹਾ ਵੀ ਵੱਖਰਾ ਔਰ ਇਸ ਦਾ ਉਚਾਰਨ ਵੀ ਵੱਖਰਾ। ਹੁਣ ਦੁਬਾਰਾ ਇਸ ਦਾ ਕਰੀਏ। ਨਾਨਕ ਜਿਸ ਮਨ ਵਸੈ ਤਿਸਕੇ ਸਭੇ ਦੁੱਖ ਮਿਟਾਏ, ਨਾਨਕ ਨਾਮ ਜਪਤ ਸੁਖ ਉਪਜੈ, ਦਰਗਹ ਪਾਈਐ ਥਾਉ, ਕਰਮਹੀਣ ਧਨ ਕਰੈ ਬੇਨੰਤੀ, ਕਦ ਨਾਨਕ ਆਵੈ ਵਾਰੀ, ਭਾਣੇ ਹੀ ਜਿਸ ਭਗਤੀ ਲਾਏ, ਨਾਨਕ ਵਿਰਲੇ ਹੈ। ਇਉਂ ਹੈ ਨਾਨਕ। ਔਰ ਇਹ ਅਸੀਂ ਨਾਨਕ ਗੁਰਬਾਣੀ ਸਰਵਣ ਕਰਨ ਵਾਲੇ ਨੂੰ ਦਰਸਾਤਾ। ਹੁਣ ਆ ਗਿਆ ਕਹੇ, ਕਹੇ ਨਾਨਕ। ਜਦੋਂ ਅਸੀਂ ਆਧਾਰ ਸਮਝ ਲੈਂਦੇ ਆ ਨਾਨਕ ਦਾ ਵੀ ਇਹ ਹੁਣ ਇਹ ਨਾਨਕ ਕੱਕੇ ਨੂੰ ਔਂਕੜ ਵਾਲਾ ਨਹੀਂ ਹੈ, ਤਾਂ ਕਹੇ ਨਾਨਕ, ਨਾਨਕ ਕਹਿ ਰਹੇ ਹਨ, ਨਹੀਂ ਹੋ ਸਕਦਾ। ਕਹੇ ਇੱਕ ਗੁਰਬਾਣੀ ਦੀ ਕਿਰਿਆ ਹੈ। ਜਦੋਂ ਹਾਹੇ ਨੂੰ ਸਿਹਾਰੀ ਵਾਲੀ ਕਿਰਿਆ ਹੋਏ, ਇਹ ਤਿੰਨਾਂ ਪੁਰਖਾਂ ਵਿੱਚ ਇਸ ਦਾ ਸੰਦਰਭ ਬਦਲ ਜਾਂਦਾ ਹੈ। ਪਹਿਲੇ ਪੁਰਖ ਵਿੱਚ ਇਹ ਹੁੰਦਾ ਅਸੀਂ ਕਹੇ, ਅਸੀਂ ਸਾਰੇ ਕਹੇ, ਤਾਂ ਕਹੇ ਦਾ ਪਹਿਲੇ ਪੁਰਖ ਵਿੱਚ ਹੋਏਗਾ ਅਸੀਂ, ਕਦੀ ਮੈਂ ਕਹੇ ਨਹੀਂ ਹੋਏਗਾ, ਅਸੀਂ ਕਹੇ। ਤਾਂ ਕਹੇ ਅਸੀਂ ਸਾਰੇ ਨਾਨਕ ਦਾ ਭਾਵ ਹੈ, ਸਮਝ ਲਈਏ। ਤਾਂ ਅਸੀਂ ਸਮਝ ਲਈਏ ਜਦੋਂ ਹੋਏਗਾ, ਉਦੋਂ ਹੋਏਗਾ ਕਹੇ ਨਾਨਕ। ਨਾਨਕ ਦਾ ਸੰਦਰਭ ਉਹੀ ਰਿਹਾ ਕਿ ਹੇ ਮਨ ਤੂੰ ਸਮਝ ਲੈ। ਹੁਣ ਹੈ ਕਹੇ ਨਾਨਕ। ਗੁਰਬਾਣੀ ਵਿੱਚ ਕਹੇ ਨਾਨਕ ਅਸੀਂ ਸਮਝ ਲਈਏ, ਕਿ ਅਸੀਂ ਹੁਣ ਸਮਝ ਲਈਏ ਕਿ ਕਹੇ ਨਾਨਕ ਥਿਰ ਨਾ ਰਹੇ ਜਿਉ ਬਾਲੂ ਕੀ ਪੀਤ। ਇਹ ਕੁਝ ਵੀ ਥਿਰ ਨਹੀਂ ਰਹਿਣਾ ਇੱਥੇ। ਜਿਵੇਂ ਇੱਕ ਰੇਤ ਦੀ ਦੀਵਾਰ ਬਣਾ ਲਈਏ ਤੇ ਉਹ ਟਹਿ ਜਾਂਦੀ ਹੈ। ਕਹੇ ਨਾਨਕ ਅਸੀਂ ਸਾਰੇ ਸਮਝ ਲਈਏ ਇਸ ਗੱਲ ਨੂੰ। ਕੀ ਸਮਝ ਲਈਏ? ਕਿ ਹੁਣ ਸੁਨੇਹਾ ਅੱਗੋਂ ਹੈ। ਗੁਰਬਾਣੀ ਦਾ ਸੁਨੇਹਾ ਕੀ ਹੈ ਇਹਦੇ ਚ? ਕੀ ਸਮਝਣਾ ਹੈ? ਥਿਰ ਨਾ ਰਹੇ ਜਿਉ ਬਾਲੂ ਕੀ ਪੀਤ। ਨਾਨਕ ਥਿਰ ਨਾ ਰਹੇ ਨਹੀਂ ਹੈ, ਤੇ ਨਾਨਕ ਤਾਂ ਗੁਰੂ ਨਾਨਕ ਪਾਤਸ਼ਾਹ ਬਾਰੇ ਹੈ ਹੀ ਨਹੀਂ, ਕਿਉਂਕਿ ਕੱਕੇ ਨੂੰ ਸਿਹਾਰੀ ਤੇ ਕੱਕੇ ਨੂੰ ਔਂਕੜ ਹੈ ਹੀ ਨਹੀਂ। ਕਹੇ ਨਾਨਕ ਅਸੀਂ ਸਾਰੇ ਸਮਝ ਲਈਏ ਗੱਲ ਨੂੰ ਕਿ ਥਿਰ ਨਾ ਰਹੇ ਜੋ ਬਾਲੂ ਕੀ ਪੀਤ। ਕਹੇ ਨਾਨਕ ਅਬ ਨਾਹੇ ਅਨਤ ਗਤ ਬਿਨ ਹਰ ਕੀ ਸਰਨਾਈ। ਹੁਣ ਕੋਈ ਹੋਰ ਦੂਜੀ ਠੌਰ ਨਹੀਂ ਹੈ। ਅਸੀਂ ਸਾਰੇ ਇਸ ਗੱਲ ਨੂੰ ਸਮਝ ਲਈਏ। ਕਹੇ ਨਾਨਕ, ਇਹ ਮਤਲਬ ਹੈ ਕਹੇ ਨਾਨਕ ਅਬ ਨਾਹੇ ਅਨਤ ਗਤ ਬਿਨ ਹਰ ਕੀ ਸਰਨਾਈ। ਇਹ ਜੋ ਸੰਦਰਭ ਹੈ, ਇਹ ਕਪਾਟ ਖੋਲਣ ਵਾਲਾ ਸੰਦਰਭ ਹੈ। ਨਾਨਕ ਕੱਕਾ ਮੁਕਤਾ ਨਾਨਕ ਹਮੇਸ਼ਾ ਹਲੂਣਾ ਹੈ। ਕਹੇ ਹਾਹੇ ਦੀ ਸਿਹਾਰੀ ਵਾਲੀ ਕਿਰਿਆ ਨੇ ਕਹਿਤਾ ਕਿ ਅਸੀਂ ਸਾਰਿਆਂ ਵਾਸਤੇ ਹੈ। ਅਸੀਂ ਸਾਰੇ ਸਮਝ ਲਈਏ ਕਿ ਥਿਰ ਨਾ ਰਹੇ ਜਿਉ ਬਾਲੂ ਕੀ ਪੀਤ, ਅਬ ਨਾਹੇ ਅਨਤ ਗਤ ਬਿਨ ਹਰ ਕੀ ਸਰਨਾਈ। ਇਹ ਹੈ ਕਹੇ ਨਾਨਕ। ਨਾਨਕ ਤਾਂ ਉਸ ਦਾ ਉਚਾਰਨ ਨਾਨਕ, ਤਾਂ ਇਹ ਨਾਨਕ ਦੇ ਨਾਲ ਕਹੇ ਨਾਨਕ। ਹੁਣ ਆ ਗਿਆ ਕਹੋ ਨਾਨਕ। ਕਹੋ ਜਿਹੜਾ ਕਹੋ ਇੱਕ ਕਿਰਿਆ ਗੁਰਬਾਣੀ ਦੀ ਹਮੇਸ਼ਾ ਦੂਜੇ ਪੁਰਖ ਲਈ ਹੁੰਦੀ ਹੈ, ਔਰ ਇੱਕ ਵਚਨ ਵੀ ਹੁੰਦੀ ਹੈ, ਬਹੁ ਵਚਨ ਵੀ। ਮਤਲਬ ਹੋਇਆ ਤੁਸੀਂ ਸਮਝ ਲਓ ਕਿ ਕਹੋ ਨਾਨਕ ਜਿਨ ਸਤਿਗੁਰ ਭੇਟਿਆ ਸੇ ਸਭ ਤੇ ਪਏ ਨਿਕਾਣੇ। ਨਿਕਾਣੇ ਮਤਲਬ ਕੋਈ ਮੁਤਾਜੀ ਨਹੀਂ ਉਹਨਾਂ ਨੂੰ। ਜਿਨ੍ਹਾਂ ਨੇ ਸਤਿਗੁਰ ਨੂੰ ਭੇਟ ਲਿਆ, ਜਿਨ੍ਹਾਂ ਸਤਿਗੁਰੂ ਨਾਲ ਮੇਲ ਹੋ ਗਿਆ, ਜਿਨ੍ਹਾਂ ਨੇ ਜਾਣ ਲਿਆ, ਬੁੱਝ ਲਿਆ, ਜਾਪ ਲਿਆ, ਸੇ ਸਭ ਤੇ ਪਏ ਨਿਕਾਣੇ। ਕਹੋ ਨਾਨਕ ਕਾਰਜ ਸਗਲੇ ਪੂਰੇ ਗੁਰ ਚਰਣੀ ਮਨ ਲਾਈ। ਤੁਸੀਂ ਸਾਰੇ ਸਮਝ ਲਓ। ਕੀ ਸਮਝ ਲਓ? ਸੁਨੇਹਾ ਵੱਖਰਾ ਹੈ। ਕਾਰਜ ਸਗਲੇ ਪੂਰੇ ਗੁਰ ਚਰਣੀ ਮਨ ਲਾਈ, ਤੋ ਇਹ ਸੁਨੇਹਾ ਵੱਖਰਾ ਹੈ। ਕਹੋ ਨਾਨਕ, ਕਹੋ ਨੇ ਦੱਸਤਾ ਕਿ ਤੇਰੇ ਵੱਲ ਇਸ਼ਾਰਾ ਹੋ ਗਿਆ। ਨਾਨਕ ਸਮਝ ਲਓ, ਤੂੰ ਸਮਝ ਲੈ। ਪ੍ਰਭ ਬਖਸ਼ ਕਰੀ ਜੈ, ਸੁਨੇਹਾ ਅੱਗੋਂ ਆਣਾ। ਤੋ ਇਸ ਤਰ੍ਹਾਂ ਦੋਨਾਂ ਨੂੰ ਨਿਖੇੜਨਾ ਜ਼ਰੂਰੀ ਹੈ। ਕਹੋ ਨਾਨਕ ਪ੍ਰਭ ਕਿਰਪਾ ਕੀ ਨਹੀਂ ਚਰਨ ਕਮਲ ਮਨ ਲਾਗਾ। ਕਿ ਮੇਰਾ ਮਨ, ਉਹ ਜਿਹੜਾ ਧੋਣ ਦੀ ਗੱਲ ਸੀ ਨਾ, ਹੱਥ ਦੀ ਗੱਲ ਨਹੀਂ ਹੈ। ਚਰਨ ਕਮਲ ਚ ਕੀ ਲੱਗਦਾ? ਮਨ।
ਇਹ ਮਨ ਨੂੰ ਉਹਦੇ ਨਾਲ ਜੋੜਨਾ, ਆਪਣੀ ਸੋਚ ਨੂੰ। ਮਨ ਹੈ ਸੋਚ ਦੀ ਪ੍ਰਣਾਲੀ, ਆਪਣੀ ਸੋਚ ਨੂੰ ਕੇਂਦਰਿਤ ਕਰਨਾ ਹੈ ਗੁਰਬਾਣੀ ਦੇ ਸੰਕਲਪ ਵਿੱਚ। ਇਹ ਚਰਨ ਕਮਲ ਮਲ ਲਗਾ, ਤੋ ਕਹੋ ਨਾਨਕ ਪ੍ਰਭ ਕਿਰਪਾ ਕੀਨਹੀ ਚਰਨ ਕਮਲ ਮਲ ਲਗਾ। ਤੋ ਇਸ ਤਰ੍ਹਾਂ ਇਹ ਕਹੋ ਨਾਨਕ ਦੇ ਨਾਲ, ਨਾਨਕ ਪਰ ਕੱਕਾ ਮੁਕਤਾ, ਫਿਰ ਉਹੀ ਗੱਲ, ਇਹ ਮਨ ਤੋਂ ਸਮਝ ਲਓ, ਕਹੋ ਦੇ ਨਾਲ ਆ ਗਿਆ, ਤੁਸੀਂ ਸਮਝ ਲਓ। ਇਹ ਸਨੇਹਾ ਕੀ ਹੈ? ਜਿਨ ਸਤਿਗੁਰ ਭੇਟਿਆ ਸੇ ਸਭ ਤੇ ਪਏ ਨਿਕਾਣੇ। ਸਨੇਹਾ ਕੀ ਹੈ? ਕਾਰਜ ਸਗਲੇ ਪੂਰੇ ਗੁਰ ਚਰਣੀ ਮਨ ਲਾਈ। ਸਨੇਹਾ ਹੈ ਪ੍ਰਭ ਬਖਸ਼ ਕਰੀਜੈ। ਸਨੇਹਾ ਹੈ ਪ੍ਰਭ ਕਿਰਪਾ ਕਿਨਹੀ ਚਰਨ ਕਮਲ ਮਨ ਲਾਗਾ। ਤੋ ਇਸ ਤੋਂ ਬਾਅਦ ਆ ਗਿਆ ਸਾਡੇ ਕੋਲ ਇੱਕ ਸੰਦਰਭ, ਨਾਨਕਾ हे ਮਨ ਸਮਝ ਲਓ ਕਿ, हे ਮੇਰੇ ਮਨ ਸਮਝ ਲੈ ਕਿ ਜਿੰਨਾ ਮਨ ਇਹ ਪਾਓ। ਤੋ ਇੱਥੇ ਨਾਨਕਾ ਉਸ ਦਾ ਉਚਾਰਨ ਅੱਡ ਹੋਏਗਾ, ਸੇ ਵਡਭਾਗੀ। ਤੋ ਸਨੇਹਾ ਕੀ ਹੈ? ਸੇ ਵਡਭਾਗੀ ਜਿਨ੍ਹਾਂ ਮਨ ਇਹ ਪਾਓ। ਉਹ ਵਡਭਾਗੇ ਨੇ ਜਿਨ੍ਹਾਂ ਦੇ ਮਨ ਵਿੱਚ ਇਹ ਪਿਆਰ ਹੈ, ਗੁਰੂ ਪਰਥਾਏ, ਗੁਰੂ ਦੇ ਸੰਕਲਪ ਆਏ, ਗੁਰਬਾਣੀ ਪਰਥਾਏ ਪਿਆਰ ਹੈ। ਸੇ ਵਡਭਾਗੀ ਜਿਨ੍ਹਾਂ ਮਨ ਇਹ ਪਾਓ। ਨਾਨਕਾ ਕੇਵਲ ਇਹ ਸੰਬੋਧਨ ਹੈ ਕਿ ਇਹ ਮਨ ਇਸ ਨੂੰ ਸਮਝ। ਸੇ ਵਡਭਾਗੀ, ਇਸ ਕਰਕੇ ਇਹ ਤੁਕ ਮੇਰੇ ਵਾਸਤੇ ਹੈ, ਮੈਂ ਆਪਣੇ ਆਪ ਨੂੰ ਸੰਬੋਧਨ ਕਰ ਰਿਹਾ। ਸੇ ਵਡਭਾਗੀ ਨਾਨਕਾ ਜਿਨ੍ਹਾਂ ਮਨ ਇਹੋ ਪਾਓ। ਸੇ ਵਡਭਾਗੀ ਜਿਨ੍ਹਾਂ ਮਨ ਇਹੋ ਪਾਓ, ਇਹ ਸੁਨੇਹਾ ਹੈ। ਧੰਨ ਧੰਨ ਵਡਭਾਗੀ ਜਿਨ੍ਹਾਂ ਸਤਿਗੁਰ ਲਏ ਮਿਲਾਏ। ਤੋ ਨਾਨਕਾ ਇਹ ਮਨ ਇਸ ਨੂੰ ਸਮਝ ਲਓ ਕਿ ਧੰਨ ਧੰਨ ਵਡਭਾਗੀ ਨਾਨਕਾ ਜਿਨ੍ਹਾਂ ਸਤਿਗੁਰ ਲਏ ਮਿਲਾਏ। ਇਸ ਕਰਕੇ ਨਾਨਕਾ ਦਾ ਉਚਾਰਨ ਇਸ ਤਰ੍ਹਾਂ ਵੱਖ ਰੁਕ ਕੇ ਕਰਾਂਗੇ, ਆਪਾਂ ਸਮਝਾਂਗੇ ਔਰ ਉਸ ਵੇਲੇ ਹਲੂਣਾ ਦੇਾਂਗੇ ਆਪਣੇ ਮਨ ਨੂੰ। ਹੁਕਮ ਹਾਸਲ ਕਰੀ ਬੈਠਾ ਨਾਨਕਾ ਸਭ ਵਾਓ। ਉਹ ਹੁਕਮ ਬੜਾ ਵੱਡਾ ਬਣ ਗਿਆ ਚੌਧਰੀ, ਹੁਣ ਬੜੇ ਹੁਕਮ ਕਰਦਾ। ਹੁਕਮ ਹਾਸਲ ਕਰੀ ਬੈਠਾ, ਇਹ ਸਾਰਾ ਫਜ਼ੂਲ ਹੈ, ਹਵਾ ਹੈ, ਸਾਰੇ ਕਿਸੇ ਕਾਰਜ ਨਹੀਂ। ਸਭ ਵਾਓ, ਪਰ ਨਾਨਕਾ ਇਸ ਗੱਲ ਨੂੰ ਸਮਝ ਲੈ ਕਿ ਸਭ ਵਾਓ। ਤੋ ਇਸ ਤਰ੍ਹਾਂ ਉਚਾਰਨ ਕਿਵੇਂ ਹੋਏਗਾ? ਹੁਕਮ ਹਾਸਲ ਕਰੀ ਬੈਠਾ ਨਾਨਕਾ ਸਭ ਵਾਓ। ਤੇ ਬਾਕੀ ਨੂੰ ਜੋੜਾਂਗੇ ਨਾਲ। ਨਾਨਕਾ ਨੂੰ ਅਸੀਂ ਸਿਰਫ ਲੂਣਾ ਦੁਬਾਰਾ ਆਪਣੇ ਮਨ ਨੂੰ ਦਿੱਤਾ ਹੈ, ਇਹ ਸਮਝ ਇਸ ਗੱਲ ਨੂੰ। ਨਾਮ ਬਿਹੁਨੇ ਨਾਨਕਾ ਹੋਤ ਜਾਤ ਸਭ ਧੂਰ। ਜਿਸ ਹੈ 부ਝਾਏ ਨਾਨਕਾ ਤਹਿ ਗੁਰਮੁਖ ਨਿਰਮਲ ਬੁੱਧ। ਜਿਸ ਹੈ 부ਝਾਏ, ਹੁਣ ਸਨੇਹਾ ਕੀ ਹੈ? ਜਿਸ ਹੈ 부ਝਾਏ ਤਹਿ ਗੁਰਮੁਖ ਨਿਰਮਲ ਬੁੱਧ। ਪਰ ਨਾਨਕਾ ਉਹ ਸੰਬੋਧਨ, ਆਪਣੇ ਮਨ ਨੂੰ ਹਲੂਣਾ, ਇਹ ਮਨ ਸਮਝ ਲੈ। ਜਿਸੇ 부ਝਾਏ ਨਾਨਕਾ ਤਹਿ ਗੁਰਮੁਖ ਨਿਰਮਲ ਬੁੱਧ। ਮਿਰਤਕ ਕਹੀਏ ਨਾਨਕਾ ਜਹ ਪ੍ਰੀਤ ਨਹੀਂ ਭਗਵੰਤ। ਜਿਨ੍ਹਾਂ ਦੇ ਮਨ 'ਚ ਪ੍ਰਭੂ ਦੇ ਪ੍ਰਤੀ ਪਿਆਰ ਨਹੀਂ ਹੈ, ਉਹਨਾਂ ਨੂੰ ਸਮਝੋ ਵੀ ਤੁਰੇ ਫਿਰਦੇ ਨੇ, ਮਰੇ ਹੋਏ ਨੇ। ਉਹ ਮਿਰਤਕ ਕਹੀਏ ਹੈ, ਉਹਨਾਂ ਨੂੰ ਮਿਰਤਕ ਕਿਹਾ ਜਾਣਾ ਚਾਹੀਦਾ ਹੈ। ਮਿਰਤਕ ਕਹੀਏ ਹੈ ਨਾਨਕਾ ਜਹ ਪ੍ਰੀਤ ਨਹੀਂ ਭਗਵੰਤ। ਪਰ ਸੁਨੇਹਾ ਕੀ ਹੈ? ਮਿਰਤਕ ਕਹੀਏ ਜਹ ਪ੍ਰੀਤ ਨਹੀਂ ਭਗਵੰਤ। ਇਹ ਸੁਨੇਹਾ ਹੈ। ਇਸ ਸੁਨੇਹੇ ਦਾ ਧਿਆਨ ਦੇ ਸੁਨੇਹੇ ਵੱਲ। ਨਾਨਕਾ, ਇਹ ਨਾਨਕ ਵਾਲਾ ਹੀ ਨਾਨਕਾ। ਨਾਨਕਾ हे ਮੇਰੇ ਮਨ ਕੇਂਦਰਿਤ ਹੋ। ਸੰਤ ਕੀ ਨਿੰਦਾ ਬਹੁਰ ਬਹੁਰ ਅਵਤਾਰ। ਜੇ ਤੂੰ ਸੰਤ ਦੀ ਨਿੰਦਾ ਕਰਦਾ ਹੈ ਤਾਂ ਤੇਰਾ ਬਾਰੰਬਾਰ ਤੇਰਾ ਜਨਮ ਮਰਨ ਹੋਏਗਾ। ਸੰਤ ਕੀ ਨਿੰਦਾ ਨਾਨਕਾ ਬਹੁਰ ਬਹੁਰ ਅਵਤਾਰ। ਤੋ ਇਸ ਤਰ੍ਹਾਂ ਅਸੀਂ ਨਾਨਕਾ ਦਾ ਜੋ ਪਰਿਪੇਖ ਹੈ, ਨਾਨਕਾ ਦਾ ਜੋ ਸੰਦਰਭ ਹੈ, ਨਾਨਕ ਵਾਲਾ, ਨਾਨਕ ਨਾਨਕਾ, ਇਹਨਾਂ ਦਾ ਇਹ ਸੰਬੋਧਨ ਮਨ ਨੂੰ ਹੈ। ਇੱਕ ਸ਼ਬਦ ਸਾਡੇ ਕੋਲ ਹੈ ਜਨ ਨਾਨਕ। ਹੁਣ ਨਾਨਕ ਆ ਗਿਆ, ਉਹੀ ਵਿਧਾਨ ਜਨ ਨਾਨਕ। ਨਾਨਕ ਦਾ ਭਾਵ ਫਿਰ ਗੁਰੂ ਨਾਨਕ ਪਾਤਸ਼ਾਹ, ਤੇ ਇੱਥੇ ਆ ਗਿਆ ਜਨ ਨਾਨਕ। ਹੁਣ ਇਸ ਨੂੰ ਸਮਝੀਏ। ਜਨ ਨਾਨਕ, ਇਸ ਦਾ ਭਾਵ ਹੋਇਆ ਕਿ ਜਨ ਹੁੰਦਾ ਸਧਾਰਨ ਜਨ। ਗੁਰੂ ਸਾਹਿਬ ਨੇ ਆਪਣੇ ਆਪ ਨੂੰ ਜਨ ਕਿਹਾ ਕਿਉਂਕਿ ਜਨ ਨੂੰ ਛੋਟਾ ਸਮਝਿਆ ਜਾਂਦਾ ਸੀਗਾ। ਗੁਰੂ ਸਾਹਿਬ ਕਹਿੰਦੇ ਜਨ ਨਾਨਕ। ਜਨ ਨਾਨਕ ਹਰ ਕਾ ਦਾਸ ਹੈ, ਰਾਖ ਪੈਜ ਮੁਰਾਰ। ਮੈਂ ਤੇਰਾ ਦਾਸ ਹਾਂ। ਤੋ ਇਹ ਨਾਨਕ ਜਿੱਥੇ ਕੱਕੇ ਨੂੰ ਔਂਕੜ ਆਇਆ, ਫਿਰ ਵਾਪਸ ਹੋਈ ਗੱਲ। ਜਨ ਨਾਨਕ ਮੰਗੈ ਦਾਨ ਇੱਕ, ਦੇਹੋ ਦਰਸ ਮਨ ਪਿਆਰ। ਕੱਢ ਲਿਓ ਭਉ ਜਲ ਬਿਖਮ ਤੇ, ਜਨ ਨਾਨਕ ਸਦ ਬਲਿਹਾਰ।
हर की शरण पया हर जापी जन नानक दास दसानी है। तो जन नानक गुरु नानक पातशाह परथाए, कक्के ਨੂੰ ਔਂਕੜ ਉਹਦਾ ਅਸੀਂ ਉਸ ਨੂੰ ਉਚਾਰਨ ਨਾਲ ਦਰਸਾ ਵੀ ਦਿੱਤਾ। ਪਰ ਇੱਥੇ ਦੇਖੋ ਹੁਣ ਜਨ ਨਾਨਕ, ਹੁਣ ਇੱਥੇ ਨਾਨਕ ਆ ਗਿਆ ਕੱਕਾ ਮੁਕਤਾ, ਜਨ ਨਾਨਕ। ਇਸ ਤਰ੍ਹਾਂ ਜਨ ਨਾਨਕ ਕਿਵੇਂ ਹੋ ਸਕਦਾ? ਜਨ ਦਾ ਮਤਲਬ ਤੇ ਨਿਮਾਣਾ ਤੇ ਨਾਨਕ ਸੀ। ਇਹ ਧਿਆਨ ਦੇ ਇਸ ਗੱਲ ਨੂੰ, ਇਹ ਤਾਂ ਸੰਦਰਭ ਦੋ ਹੋ ਗਏ, ਇਹ ਦੋ ਸੰਦਰਭ ਹੀ ਨੇ। ਇਸ ਨੂੰ ਬੜੀ ਹੀ ਕੁਤਾਹੀ ਦੇ ਨਾਲ ਜਨ ਨਾਨਕ ਬੋਲਿਆ ਜਾਂਦਾ ਹੈ। ਇਹ ਜਨ ਨਾਨਕ ਨਹੀਂ ਹੈ, ਇਹ ਹੈ ਜਨ ਨਾਨਕ। ਜਨ ਨਾਨਕ ਇਹ ਹੈ ਜਨ ਨਾਨਕ। ਗੁਰੂ ਨਾਨਕ ਪਾਤਸ਼ਾਹ ਦੇ ਆਪਣੇ ਪਰਥਾਏ ਕਿਹਾ ਜਾਣ ਵਾਲਾ ਸ਼ਬਦ ਉਹ ਸੀ ਜਨ ਨਾਨਕ, ਇਹ ਹੈ ਜਨ ਨਾਨਕ। ਇਸ ਦਾ ਮਤਲਬ ਕੀ ਹੋ ਗਿਆ ਫਰਕ? ਜਨ ਇੱਕ ਵਚਨ ਹੈ, ਸੋ ਜਨ ਦਰਗਹ ਪਰਵਾਨ। ਨਾਨਕ ਤੋਂ ਬਿਨਾ ਸਾਰਾ ਸੰਦਰਭ ਪੂਰਾ ਹੋ ਰਿਹਾ ਆਪਸ ਚ। ਸੋ ਜਨ ਦਰਗਹ ਪਰਵਾਨ, ਉਹ ਵਾਲਾ ਮਨੁੱਖ ਦਰਗਾਹ ਚ ਪਰਵਾਨ ਹੋ ਜਾਏਗਾ। ਸੋ ਜਨ ਦਰਗਹ ਪਰਵਾਨ। ਨਾਨਕ हे मन समझ लो के, फिर वही गल, जन नानक नहीं है, नानक ही है। नानक सो जन नानक दरगह परवान। इस तरह उच्चारण होएगा ता पता लगेगा कि तुक समझ आ गई है। सो जन नानक दरगह परवान। जन नानक वडियाई आखे, जन आख रहा वडियाई, सुनिया की है? जन वडियाई आखे हर करते की जिसनो तिल न तमाए। उसनो तिल जिन्ना भी कोई लालच नहीं है, वो वाला जन करते दी वडियाई आख रहा है। नानक की कह रहा है, इसनो समझ ले कि जन वडियाई आखे हर करते की जिसनो तिल न तमाए। सो जन नानक पारगरामी। सो जन पारगरामी है स्नेहा, सो जन पारगरामी, ओ वाला मनुख सो जन पारगरामी। जन नानक नहीं है, सो जन नानक पारगरामी। नानक ते नानक दे उच्चारण ने किन्ना सारा कुछ दसता गुरबाणी सरवण करने वाले। गुरबाणी सरवण करने वाले नू केवल गुरबाणी व्याकरण आधारित गुरबाणी उच्चारण प्रणाली ही गुरबाणी दा समुच्चा बोध करवाउंदी है। जन नानक इसदा की मतलब है? जन नानक को हर भेटे स्वामी इस तरह बोलते हैं, बिल्कुल इस तरह ही बोलते ने, और इस तरह बोलना गलत है। नानक दा भाव की है? वही भाव है, हे मन इसनू समझ। जन को हर भेटे स्वामी, उन्ना मनुखा नू जन को हर भेटे स्वामी दुख हौमे रोग गवायो। स्नेहा यह है, इस स्नेह नू समझ। जन नानक सतगुर मेले आपे, जन नू सतगुर मेले आपे। हर आपे झगड़ चुकावे, सारा झगड़ा खत्म करा दिंदा अपने आप। नानक दा जो विधान है वो उत्थे ही खड़ा है कि हे मन इस गल नू समझ लै कि जन नू सतगुर मेले आपे, हर आपे झगड़ चुकावे। ते आखिर च कहो नानक कदी नहीं हो सकता। कहो नानक, कहे नानक नहीं हो सकता, कहे नानक। क्योंकि कहो कहे तू समझ ले, ओदे वास्ते सी कहे नानक असी समझ लईए, तो असी समझ लईए कहे नानक नहीं हो सकता। नानक तो गुरु नानक पातशाह है, कहो तो गुरु नानक पातशाह है। असी गुरु नानक पातशाह नहीं कैसे कहो नानक। गुरु नानक पातशाह कहो, हमेशा कहो नाल क्या होएगा? कहो नानक। कहो इस गल नू समझ लो, कहे नानक इस गल नू असी समझ लईए। गुरु नानक पातशाह आखते हैं हमेशा कहे नानक होएगा। कहो नानक, कहे नानक ते कहे नानक। तो इस इन्ना भारी इस गल का अंतर है। हुण इन्ना ये जो सारी विचार है इसनू असी अपनी गुरबाणी दियां सारियां तुकां ते लागू करिए ते इहदे चों असी आनंद पुंचीए। और नानक दा जो साडा मन दे नाल गुरबाणी दा आखरी तंद जुड़नी सी आके
ਕਿ ਇਹ ਮੇਰੇ ਮਨ ਨੂੰ ਹੈ, ਉਹ ਅਸੀਂ ਨਾਨਕ ਕੁਝ ਹੋਰ ਤਰ੍ਹਾਂ ਬੋਲ ਕੇ ਤੇ ਕੁਝ ਹੋਰ ਤਰ੍ਹਾਂ ਸਮਝ ਕੇ ਉਹ ਕਿਤੇ ਹੋਰ ਪਾਸੇ ਗੁਰਬਾਣੀ ਦਾ ਅਸਰ ਆਪਣੇ ਮਨ ਤੇ ਨਾਨਕ ਨੇ, ਤੇ ਇਸ ਦਾ ਅਸੀਂ ਆਨੰਦ ਪੁੰਜ ਸਕਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਕਲੈਰਿਟੀ ਹੋਈ ਹੈ। या टुडे इनफैक्ट मेरी भी एट अ टाइम ਸਾਡੇ ਕੋਲ ਇੱਕ ਚੀਜ਼ ਆਉਂਦੀ ਹੈ, ਕਦੀ ਜਨ ਨਾਨਕ ਆ ਗਿਆ, ਕਦੀ ਕਹਿ ਨਾਨਕ ਆ ਗਿਆ, ਅਸੀਂ ਉਸ ਤੁਕ ਨੂੰ ਉਸ ਹਿਸਾਬ ਨਾਲ ਮਾਣ ਕੇ ਅੱਗੇ ਚਲੇ ਜਾਂਦੇ ਆ। ਲਾਸਟ ਟਾਈਮ ਜਦੋਂ ਇਹਨਾਂ ਨੇ ਗੱਲ ਕਹੀ ਵੀ ਇਹਦਾ, ਤੇ ਫਿਰ ਮੈਂ ਕਿਹਾ ਵੀ ਸਾਰੇ ਇਹਨੂੰ ਦੇਖੀ, ਆਪਾਂ ਟੋਟੈਲਿਟੀ ਚ ਦੇਖੀ ਸਾਰੀ ਗੱਲ ਨੂੰ। ਉਹ ਹਾਲੇ ਸਮਝਿਆ, ਅਸੀਂ ਪੂਰਾ ਸਮਝ ਸਕਿਆ ਕਿ ਨਹੀਂ, ਪਰ ਕਾਫੀ ਸਮਝ ਆ ਗਈ। ਹਾਂਜੀ ਜੀ ਜੀ ਹਾਂਜੀ ਪਾਪਾ, ਮੈਂ ਇਹ ਕਹੂੰਗਾ ਕਿ ਅੱਜ ਕਾਫੀ ਕਲੈਰਿਟੀ ਹੋਈ ਹੈ, ਬਟ आई वुड से कि इस चीज ਨੂੰ ਨਾ ਇੱਕ ਵਾਰ ਉਸ ਰੈਫਰੈਂਸ ਲੈਣਾ ਚਾਹੀਦਾ ਕਿ ਜਿੱਦਾਂ ਗੁਰਬਾਣੀ ਦੇ ਕਾਫੀ ਸਾਰੇ ਆਥਰ ਨੇ, ਰਾਈਟ? ਮਤਲਬ ਗੁਰੂ ਨਾਨਕ ਦੇਵ ਜੀ ਹੈ ਤੇ ਹੋਰ ਜਿੱਦਾਂ 6 ਗੁਰੂਆਂ ਦੀ ਬਾਣੀ ਹੈ, ਇਫ ਆਮ ਨਾਟ ਰੋਂਗ, ਗੁਰੂ ਗ੍ਰੰਥ ਸਾਹਿਬ ਜੀ ਜੀ, ਹਾਂਜੀ ਹਾਂਜੀ, ਹੋਰ ਭਗਤਾਂ ਦੀ ਹੈ। ਵੀ ਸ਼ੁਡ ਪ੍ਰੋਬਬਲੀ ਸੀ ਕਿ ਕਿਹੜੇ ਆਥਰ ਨੇ ਕਿਹੜਾ ਵਾਲਾ ਨਾਨਕ ਯੂਜ਼ ਕੀਤਾ ਹੈ। ਇਜ਼ ਇਟ ਲਾਈਕ ਕਿ ਸੇਮ ਆਥਰ ਹੈਜ਼ ਯੂਜ਼ਡ similar मतलब नानक word or a different नानक word? So ਉਹ ਵੀ ਇੱਕ ਵਾਰ ਐਨਾਲਿਸਿਸ ਜੇ ਕਰਕੇ ਕੁਝ ਕਲੈਰਿਟੀ ਹੋਏ ਕਿ ਮਤਲਬ ਪਤਾ ਲੱਗੇ ਕਿ ਜਿੱਦਾਂ ਕਿ ਕੁਝ ਇਹ ਵੀ ਹੈਗਾ ਕਿ ਮਤਲਬ ਇੱਕ ਪਾਰਟਿਕੂਲਰ ਸਾਡੇ ਕਿਸੇ ਗੁਰੂ ਨੇ ਮਤਲਬ ਪਾਰਟਿਕੂਲਰ ਟਾਈਪ ਆਫ ਨਾਨਕ ਯੂਜ਼ ਕੀਤਾ ਹੈ, ਜਾਂ ਮਤਲਬ ਕਿ ਪਾਰਟਿਕੂਲਰ ਕੋਈ ਵੀ ਗੁਰੂ ਸਾਹਿਬ ਉਹਨਾਂ ਨੇ ਮਤਲਬ ਸਾਰੇ ਟਾਈਪ ਦੇ ਨਾਨਕ ਯੂਜ਼ ਕੀਤੇ ਹੈ। ਸੋ ਆਈ ਥਿੰਕ ਉਹ ਥੋੜਾ ਉਹ ਐਨਾਲਿਸਿਸ ਵੀ ਕਰਨਾ ਚਾਹੀਦਾ ਹੈ ਕਿ ਸਾਰੀ ਗੁਰਬਾਣੀ ਦਾ ਸੰਕਲਨ ਗੁਰੂ ਅਰਜਨ ਪਾਤਸ਼ਾਹ ਨੇ ਹੀ ਕੀਤਾ ਹੈ। ਸਿਰਫ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਉਸ ਤੋਂ ਬਾਅਦ ਐਡ ਹੋਈ ਹੈ। ਉਸ ਤੋਂ ਬਾਕੀ ਸਾਰੀ ਜੋ ਬਾਣੀ ਹੈ, ਭਗਤਾਂ ਦੀ ਬਾਣੀ, ਭੱਟਾਂ ਦੀ ਬਾਣੀ, ਗੁਰਸਿੱਖਾਂ ਦੀ ਬਾਣੀ ਔਰ ਗੁਰੂ ਸਾਹਿਬਾਨਾਂ ਦੀ ਬਾਣੀ, ਤਾਂ ਸਾਰੀ ਬਾਣੀ ਦਾ ਜੋ ਵਿਧਾਨ ਹੈ ਉਹ ਗੁਰੂ ਅਰਜਨ ਪਾਤਸ਼ਾਹ ਨੇ ਇੱਕੋ ਜਿਹਾ, ਇਸੇ ਕਰਕੇ ਨਾਨਕ ਸ਼ਬਦ ਹੋਏ ਜਾਂ ਕੋਈ ਵੀ ਸ਼ਬਦ ਹੋਏ, ਨਾਮ ਹੈ, ਜਪ ਹੈ, ਸੱਚ ਹੈ, ਸਤ ਹੈ, ਸੁਣਿਆ ਹੈ, ਮੰਨਿਆ ਹੈ, ਮੰਨੇ ਹੈ, ਮੰਨਿਆ ਹੈ, ਇਹ ਸਾਰੀ ਦੀ ਲਾਮ ਦੁਲਾਮ ਸਿਹਾਰੀ ਔਂਕੜ, ਇਹ ਸਾਰਾ ਕੁਝ ਦਾ ਏਕੀਕਰਨ ਗੁਰਮੁਖੀ ਲਿਪੀ ਔਰ ਗੁਰਬਾਣੀ ਦੀ ਭਾਸ਼ਾ ਔਰ ਗੁਰਬਾਣੀ ਦਾ ਵਿਆਕਰਨ, ਇਹ ਸਾਰਿਆਂ ਤੇ ਇੱਕੋ ਜਿਹਾ ਲਾਗੂ ਹੁੰਦਾ ਹੈ। ਔਰ ਇਹ ਇਸ ਕਰਕੇ ਲਾਗੂ ਹੁੰਦਾ ਹੈ ਕਿ ਸਾਰੇ ਚੀਜ਼ ਦਾ ਸੰਕਲਨ ਇੱਕੋ ਜਗ੍ਹਾ ਤੇ ਇੱਕੋ ਗੁਰੂ ਸਾਹਿਬ ਗੁਰੂ ਅਰਜਨ ਪਾਤਸ਼ਾਹ ਨੇ ਜਦੋਂ ਆਦ ਬੀੜ ਦਾ ਮੁਕੰਮਲ ਹੋਈ, ਉਸ ਵੇਲੇ ਸਾਰਾ ਕੁਝ ਮੁਕੰਮਲ ਹੋ ਗਿਆ। ਸਿਰਫ ਜਿਹੜਾ ਹੁਣ ਸਾਡੇ ਕੋਲ ਸਰੂਪ ਹੈ, ਇਹਦੇ ਵਿੱਚ ਉਸ ਤੋਂ ਬਾਅਦ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਉਹਦੇ ਚ ਐਡ ਹੋਈ ਹੈ, ਤੇ ਬਾਕੀ ਉਹ ਸਾਰਾ ਉਸ ਤਰ੍ਹਾਂ ਸੰਕਲਨ ਹੋ ਗਿਆ। ਤੇ ਇਸ ਕਰਕੇ ਜਿਹੜੀ ਵੀ ਬਾਣੀ ਹੈ, ਸਾਰਿਆਂ ਤੇ ਗੁਰੂ ਅਰਜਨ ਪਾਤਸ਼ਾਹ ਨੇ ਉਹੀ ਕਾਨੂੰਨ, ਉਹੀ ਨਿਯਮ ਔਰ ਉਹੀ ਔਂਕੜ ਸਿਹਾਰੀ ਤੇ ਮੁਕਤਾ, ਇਹ ਸਾਰਾ ਕੁਝ ਇੱਕੋ ਜਿਹਾ ਸਾਰੇ, ਭਾਵੇਂ ਉਹ ਗੁਰੂ ਸਾਹਿਬ ਦੀ ਬਾਣੀ ਹੈ, ਭਾਵੇਂ ਭਗਤ ਬਾਣੀ ਹੈ, ਉਹ ਸਾਰਿਆਂ ਵਿੱਚ ਇੱਕੋ ਲੜੀ ਵਿੱਚ ਇੱਕ ਤਾਰ ਸਾਰਾ ਇੱਕੋ ਜਿਹਾ ਚੱਲਦਾ ਹੈ। ਕਿਸੇ ਵੀ ਗੁਰਬਾਣੀ ਦੇ ਸ਼ਬਦ, ਕਿਉਂਕਿ ਉਹੀ ਸ਼ਬਦ ਫਿਰ ਭਗਤਾਂ ਬਾਣੀ ਵਿੱਚ ਵੀ ਆਉਂਦੇ ਨੇ, ਉਹੀ ਸ਼ਬਦ ਫਿਰ ਭੱਟਾਂ ਵਿੱਚ ਆਉਂਦੇ ਨੇ, ਤੇ ਉਹ ਸਾਰੇ ਜਿਹੜੇ ਸ਼ਬਦਾਂ ਦਾ ਸੰਦਰਭ, ਉਹਨਾਂ ਦਾ ਨਿਯਮ, ਉਹਨਾਂ ਦਾ ਆਧਾਰ, ਉਹਨਾਂ ਦੀ ਗ੍ਰਾਮਰ, ਉਹ ਸਾਰਾ ਬਿਲਕੁਲ ਇਕਸਾਰਤਾ ਦੇ ਨਾਲ ਚੱਲਦੀ ਹੈ। ਤੇ ਭਾਈ ਗੁਰਦਾਸ ਜੀ ਨੇ ਲਿਖਿਆ, ਲਿਖਤ ਗੁਰੂ ਭਾਈ ਗੁਰਦਾਸ ਜੀ ਦੀ ਹੈ, ਔਰ ਸਾਰਾ ਜੋ ਆਥੈਂਟੀਕੇਸ਼ਨ ਹੈ ਔਰ ਗਾਈਡੈਂਸ ਔਰ ਸਾਰੀ ਜਿਹੜੀ ਉਹਨਾਂ ਨੂੰ ਮਾਰਗਦਰਸ਼ਨ ਹੈ, ਉਹ ਗੁਰੂ ਅਰਜਨ ਪਾਤਸ਼ਾਹ ਨੇ ਕੀਤਾ। ਠੀਕ ਹੈ, ਕਿਉਂਕਿ ਇਸ ਤੋਂ ਪਹਿਲਾਂ ਨਾ ਮਤਲਬ ਮੈਂ ਇਹ ਵੀ ਸੋਚਦਾ ਸੀ ਕਿ ਜਿੱਦਾਂ ਵਰਡ ਨਾਨਕ ਆਉਂਦਾ ਨਾ, ਤੇ ਕਈ ਵਾਰੀ ਅਸੀਂ ਆਪਣੇ ਆਪ ਨਾਲ ਗੱਲਾਂ ਕਰਦੇ ਹਾਂ ਕਿ ਚੱਲ ਯਾਰ ਅੱਜ ਹੁਣ ਬਹੁਤ ਕੰਮ ਹੋ ਗਿਆ, ਹੁਣ ਚੱਲ ਕੇ ਰੋਟੀ ਖਾਈ, ਆਪਣਾ ਨਾਂ ਲੈ ਕੇ ਕਹਿ ਦਿੰਦੇ ਆ ਕਿ ਚਲੋ ਚੱਲ ਯਾਰ ਕੁਵਰ ਬਹੁਤ ਕੰਮ ਹੋ ਗਿਆ, ਮਤਲਬ ਆਪਣੇ ਆਪ ਨੂੰ ਹੀ ਕਹਿ ਦਿੰਦੇ ਆ ਕਿ ਮਤਲਬ ਚਲੋ। ਸੋ ਮੈਨੂੰ ਲੱਗਦਾ ਸੀ ਕਿ ਕਈ ਵਾਰੀ ਸ਼ਾਇਦ ਉਹ ਨਾਨਕ ਉਸ ਕੰਟੈਕਸਟ ਨਾਲ ਮਤਲਬ ਵੀ ਕਿਹਾ ਗਿਆ ਹੈ। ਸੋ ਆਈ ਥਿੰਕ ਤੁਸੀਂ ਨਾ ਬਿਲਕੁਲ ਨੇੜੇ ਉਸ ਗੱਲ ਦੇ, ਜਦੋਂ ਕੱਕਾ ਮੁਕਤਾ ਆਉਂਦਾ ਹੈ, ਨਾਨਕਾ ਕੱਕਾ ਕੰਨਾ ਆਉਂਦਾ ਹੈ, ਤੇ ਅਸੀਂ ਆਪਣੇ ਮਨ ਨੂੰ ਹੀ ਕਹਿ ਰਹੇ ਹੁੰਦੇ ਆ, ਪਰ ਕਹਿ ਕੀ ਰਹੇ ਹੁੰਦੇ ਆ ਜੋ ਉਸ ਨਾਨਕ ਤੋਂ ਇਲਾਵਾ ਉਹ ਸਾਰੇ ਤੁਕ ਵਿੱਚ ਜੋ ਲਿਖਿਆ ਹੋਇਆ, ਜਿਵੇਂ ਅਸੀਂ ਅੱਜ ਵਿਚਾਰ ਕੀਤੀ, ਜੋ ਉਸ ਤੁਕ ਦਾ, ਬਾਕੀ ਤੁਕ ਦਾ ਜੋ ਸੁਨੇਹਾ ਹੈ, ਉਸ ਨੂੰ ਆਪਣੇ ਮਨ ਵਿੱਚ ਵਸਾਉਣ ਲਈ ਹੀ ਉਹ ਵਾਲਾ ਸੰਦਰਭ ਹੁੰਦਾ ਹੈ।
ਤੇ ਪਰ ਉਦੋਂ ਹੁੰਦਾ ਜਦੋਂ ਕੱਕਾ ਮੁਕਤਾ ਹੋਏ ਤੇ ਕੱਕੇ ਨੂੰ ਕੰਨਾ ਹੋਏ। ਪਰ ਜਿਹੜੇ ਬਾਕੀ ਸੰਦਰਭ ਕੱਕਾ ਔਂਕੜ ਹੈ, ਕੱਕੇ ਨੂੰ ਸਿਹਾਰੀ ਹੈ, ਉਹ ਗੁਰੂ ਨਾਨਕ ਪਾਤਸ਼ਾਹ ਪ੍ਰਥਾਏ ਉਹ ਵਾਲਾ ਸ਼ਬਦ ਇਸਤੇਮਾਲ ਹੋਇਆ, ਜਿਵੇਂ ਅਸੀਂ ਵਿਚਾਰਿਆ। ठीक। So just to clarify the difference between Nanak Onkar and Nanak Sihari is both are referring to Guru Nanak Dev Ji, but the Sihari one is with the preposition like the ne, nu, vichon, to, like Yeah, it is Like- it is ne, Guru Nanak Sahib, Guru Nanak Pasha ne. So when it is ne, Oh. it is Nanak Kakka with the Sihari. Nanak. Nanak ne. But what does ne mean? Ne is because of the Sihari. ਜਿਵੇਂ ਗੁਰੂ ਨਾਨਕ ਸਾਹਿਬ ਨੇ ਆਖਿਆ, ਗੁਰੂ ਨਾਨਕ ਸਾਹਿਬ ਨੇ ਮੰਗਿਆ, ਗੁਰੂ ਨਾਨਕ ਸਾਹਿਬ ਨੇ ਕਿਹਾ, ਗੁਰੂ ਨਾਨਕ ਸਾਹਿਬ ਨੇ ਸਮਝਾਇਆ, ਉਹ ਨੇ ਜਾਂ ਤੇ ਨੰਨੇ ਨੂੰ ਲਾਉ ਪਾ ਕੇ ਨਾਲ ਲਿਖੀਏ ਤੇ ਜਾਂ ਕੱਕੇ ਨੂੰ ਸਿਹਾਰੀ ਪਾ ਦਈਏ, ਦੇ ਮੀਨਸ ਦ ਸੇਮ। Okay, so ਨਾਨਕ ਆਖਿਆ ਕੱਕੇ ਨੂੰ ਸਿਹਾਰੀ means ਨਾਨਕ ਨੇ ਆਖਿਆ, that's what I mean। okay. So the only difference between the Onkar and the Sihari Nanak, it could be ਨਾਨਕ ਗੁਰੂ ਨਾਨਕ ਪਾਸ਼ਾ ਆਏ तो ne ਤਾਂ ਵਿੱਚ ਹੈ ਹੀ ਨਹੀਂ, तो it can never be ਕੱਕਾ with ਸਿਹਾਰੀ, it can always be ਕੱਕਾ with ਔਂਕੜ। okay. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕੀ ਫਤਿਹ। ਫਤਿਹ।